महला चौथा। नाम सुनी नामो मन भावै, वड्डे भाग गुरमुख हर पावै। नाम जपो गुरमुख परगासा, नाम बिना मैं तर नहीं काई। नाम रहे रवैया सब सास गिरासा रहा। नामै सुरत सुनी मन भाई, जो नाम सुनावै सो मेरा मीत सखाय। नामहीन गए मूड़ नंगा, पच पच मोए बिख देख पतंगा। आपे थापे थापियो थापे, नानक नाम दिवै हरि आपे। सिखो शब्द प्यारियो, जन्म मरण की टेक। मुखो जल सदा सुखी, नानक सिमरत एक। ज़ाहरा ज़हूर हाजरा हजूर, सर्व कला भरपूर समरथ गुरु। लोक परलोक दे रखियक, भगत वशल ज्ञान दे सागर। गुरुआं भगतां भट्टां सिखां दी इलाही बाणी। गुरु जोत रूप धन धन श्री गुरु ग्रंथ साहिब महाराज जी दी पावन पवित्र गोद हजूरी दे विच गुरु शब्द दे नाल जुड़ बैठी जुड़ रही साध संगत जी, धनता दे योग वडभागे हो। गुरु साहब ने मेहर कृपा की है। अमृत वेला सच नौ वड्याई विचार, जीवन का अनमोल समा अज का दिन सानू बख्शिश कीता है। सो गुरु साहब जी आप जी का कोटान कोट शुकराना है। आप जी दया करो, मेहर करो, विवेक बख्शो, लगन बख्शो, चाओ बख्शो, प्रेम बख्शो, खिच बख्शो, अपनी सिफत सलाह बख्शो। आप जी की बाणी, आप जी की सिफत का आनंद बने। आप जी का नाम जप जप के मन प्रसन्न होवे, मन खुशी नाल, मन चाव दे नाल आप जी नू माने, आप जी नू देखे, आप जी नू सुने। सो जी दे नाल, चित दे नाल, लगन दे नाल, प्रेम दे नाल, चाव दे नाल गुरु दी संगत, गुरु दी संगत दी संगत कीती। लाहा दिंदी है जां लाहा मिलदा है। बोझ दे नाल, मजबूरी दे नाल, देखा देखी दे नाल गुरु दी संगत, गुरु दी संगत दी संगत, गुरु दे शब्द दी संगत जे केवल देखा देखी वाली है तो वह चीज़ जिहड़ी है पूरा लाभ जां लाहा नहीं दिंदी। जदों किसी चीज़ विच रुचि ना होवे, भावें बंदा उस विच किन्ना भी एक्सपर्ट ना होवे, वो चीज़ वधिया नहीं बनती। चाहे कोई कारीगर बहुत वड्डा कारीगर होवे,
ਜੇ ਉਹਦੀ ਆਪਣੇ ਕੰਮ ਦੇ ਵਿੱਚ ਰੁਚੀ ਨਹੀਂ ਹੈ, ਉਹਦੀ ਬਣਾਈ ਹੋਈ ਚੀਜ਼ ਇੰਨੀ ਸੋਹਣੀ ਨਹੀਂ ਬਣੇਗੀ। ਜਾਂ ਅਸੀਂ ਸਧਾਰਨ ਉਦਾਹਰਨ ਲੈਂਦੇ ਹਾਂ, ਘਰ ਦੇ ਵਿੱਚ ਰਸੋਈ ਦੇ ਵਿੱਚ ਰੋਟੀ ਪਕਾਉਣ ਵਾਲੀ ਔਰਤ, ਜੇ ਉਹਦੀ ਰੋਟੀ ਪਕਾਉਣ ਵਿੱਚ, ਸਬਜ਼ੀ ਬਣਾਉਣ ਵਿੱਚ ਰੁਚੀ ਨਹੀਂ ਹੈ, ਤੇ ਕਈ ਵਾਰ ਉਹਨਾਂ ਵਧੀਆ ਖਾਣਾ ਨਹੀਂ ਬਣਦਾ ਜਿੰਨਾ ਕਦੇ ਕਦਾਈ ਬਣਦਾ। ਜੇ ਰੁਚੀ ਨਾ ਹੋਵੇ ਤਾਂ ਉਹ ਚੀਜ਼ ਇੰਨੀ ਸੋਹਣੀ ਨਹੀਂ ਬਣਦੀ। ਜੇ ਰੁਚੀ ਹੋਵੇ, ਮਤਲਬ ਇੰਟਰਸਟ ਹੋਵੇ, ਤੇ ਕਈ ਵਾਰ ਥੋੜ੍ਹੀ ਚੀਜ਼ ਵੀ ਬਹੁਤ ਸੋਹਣੀ ਬਣਦੀ ਹੈ। ਕਈ ਵਾਰ ਥੋੜ੍ਹਾ ਸਮਾਂ ਵੀ ਬਹੁਤ ਵਧੀਆ ਬਣ ਜਾਂਦਾ ਹੈ, ਲੇਖੇ ਵਿੱਚ ਲੱਗ ਜਾਂਦਾ ਹੈ। ਤੇ ਜੇ ਇੰਟਰਸਟ ਨਾ ਬਣੇ, ਜੇ ਮਨ ਨਾ ਜੁੜੇ, ਫਿਰ ਬਹੁਤਾ ਸਮਾਂ ਵੀ ਲੇਖੇ ਦੇ ਵਿੱਚ ਜਿਹੜਾ ਨਹੀਂ ਲੱਗਦਾ। ਇਸ ਕਰਕੇ ਬਾਣੀ ਦੇ ਨਾਲ ਸਾਡੀ ਰੁਚੀ, ਬਾਣੀ ਦੇ ਨਾਲ ਸਾਡੀ ਟਚਿੰਗ, ਬਾਣੀ ਦੇ ਨਾਲ ਸਾਡਾ ਪ੍ਰੇਮ, ਕੀਰਤਨ ਕਥਾ ਦੇ ਨਾਲ ਸਾਡੀ ਲਗਨ, ਇਸ ਦਾ ਹੋਣਾ ਜ਼ਰੂਰੀ ਹੈ। ਬਹੁਤ ਜ਼ਿਆਦਾ ਮਹੱਤਵ ਜਿਹੜਾ ਹੈ ਗੁਰੂ ਦੀ ਸਿਫਤ ਸਲਾਹ ਨੂੰ ਦੇਣਾ ਚਾਹੀਦਾ, ਚਾਹੇ ਉਹ ਨਿਤਨੇਮ ਦੀ ਬਾਣੀ ਹੋਵੇ, ਚਾਹੇ ਆਸਾ ਦੀ ਵਾਰ ਦੀ ਬਾਣੀ ਹੋਵੇ, ਕੀਰਤਨ ਹੋਵੇ, ਚਾਹੇ ਸ਼ਬਦ ਦੀ ਵਿਆਖਿਆ ਹੋਵੇ, ਕਥਾ ਹੋਵੇ, ਢਾਡੀ ਵਾਰਾਂ ਹੋਣ, ਕਵੀਸ਼ਰੀ ਜੋ ਕਰਦੇ ਹਨ ਉਹਨਾਂ ਦੀਆਂ ਕਵਿਤਾਵਾਂ ਹੋਣ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹਨਾਂ ਨੂੰ ਪ੍ਰੇਮ, ਲਗਨ, ਸ਼ਰਧਾ, ਚਾਅ ਦੇ ਨਾਲ ਸਰਵਣ ਕਰਨਾ ਚਾਹੀਦਾ, ਤੇ ਫਿਰ ਇਸ ਦਾ ਫਲ, ਇਸ ਦਾ ਆਨੰਦ ਬਹੁਤ ਜ਼ਿਆਦਾ ਮਿਲਦਾ। ਸੋ ਰੋਜ਼ ਅਸੀਂ ਪੜ੍ਹਦੇ ਹਾਂ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਨਿਮਾਣਿਆ ਮਾਨ ਦਿਵੈ। ਜੋ ਸਤ ਕਰਕੇ, ਸੱਚ ਕਰਕੇ ਪੜ੍ਹਦਾ ਜਾਂ ਜਾਣਦਾ, ਉਸ ਨਿਮਾਣੇ ਨੂੰ ਮਾਣ ਮਿਲ ਜਾਂਦਾ ਹੈ। ਉਸ ਭੁੱਲੇ ਹੋਏ ਨੂੰ ਰਾਹ ਮਿਲ ਜਾਂਦਾ ਹੈ। ਉਸ ਅਸ਼ਾਂਤ ਬੰਦੇ ਨੂੰ ਸ਼ਾਂਤੀ ਮਿਲ ਜਾਂਦੀ ਹੈ। ਉਸ ਅਗਿਆਨੀ ਬੰਦੇ ਨੂੰ ਗਿਆਨ ਮਿਲ ਜਾਂਦਾ ਹੈ। ਉਹ ਟੁੱਟਿਆ ਹੋਇਆ ਜਿਹੜਾ ਹੈ ਗੰਢਿਆ ਜਾਂਦਾ ਹੈ। ਕਦੋਂ? ਜਦੋਂ ਪ੍ਰੇਮ, ਚਾਅ, ਲਗਨ ਦੇ ਨਾਲ ਗੁਰੂ ਨੂੰ ਯਾਦ ਕੀਤਾ ਜਾਏ ਜਾਂ ਗੁਰੂ ਨੂੰ ਸੁਣਿਆ ਜਾਏ, ਇਹ ਉਦੋਂ ਹੁੰਦਾ ਹੈ। ਸੋ ਇਸ ਕਰਕੇ ਸਤਿਗੁਰੂ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹੋਮੇ ਵਿੱਚੋਂ ਜਾਏ। ਸੋ ਗੁਰੂ ਦੇ ਦਰਸ਼ਨ ਇਸ ਤਰ੍ਹਾਂ ਦੇ ਹੋਣ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਸੋ ਆਓ ਗੁਰੂ ਸਾਹਿਬ ਜੀ ਮਿਹਰ ਕਰਨ, ਦਇਆ ਕਰਨ, ਆਪਣੀ ਮਿਹਰ, ਆਪਣੀ ਬਖਸ਼ਿਸ਼ ਸਾਨੂੰ ਦੇਣ, ਤਾਂ ਜੋ ਅਸੀਂ ਅੱਗੇ ਵੱਧ ਸਕੀਏ। ਸਾਡੀ ਬਾਂਹ ਫੜਨ, ਸਾਨੂੰ ਤੋਰਨ, ਤਾਂ ਜੋ ਅਸੀਂ ਆਪਣੀ ਮੰਜ਼ਿਲ ਵੱਲ ਵੱਧ ਸਕੀਏ। ਸਾਨੂੰ ਹਨੇਰੇ ਦੇ ਵਿੱਚੋਂ, ਮਤਲਬ ਅਗਿਆਨਤਾ ਦੇ ਵਿੱਚੋਂ ਗਿਆਨ ਦਾ ਦੀਪਕ, ਗਿਆਨ ਦਾ ਚਿਰਾਗ ਜਗਾ ਕੇ ਦੇਣ, ਤਾਂ ਜੋ ਅਸੀਂ ਆਪਣੇ ਰਸਤੇ ਨੂੰ ਲੱਭ ਸਕੀਏ, ਕਿਉਂਕਿ ਅਸੀਂ ਆਪਣੇ ਰਸਤੇ ਤੋਂ ਭਟਕੇ ਹੋਏ ਹਾਂ। ਅਸੀਂ ਆਪਣੇ ਰਸਤੇ ਨੂੰ ਭੁੱਲ ਚੁੱਕੇ ਹਾਂ। ਗੁਰੂ ਤੋਂ ਗਿਆਨ ਦਾ ਦੀਪਕ ਮੰਗੀਏ, ਤਾਂ ਜੋ ਅਸੀਂ ਆਪਣੇ ਰਸਤੇ 'ਤੇ ਤੁਰਦੇ ਜਾਈਏ। ਆਪਣੀ ਮੰਜ਼ਿਲ ਵੱਲ ਅਸੀਂ ਤੁਰੀਏ, ਉਸ ਰਾਹ ਨੂੰ ਪਛਾਣੀਏ ਜਿਹੜਾ ਰਾਹ ਸੱਚਖੰਡ ਵੱਲ ਜਾਂਦਾ ਹੈ। ਉਹ ਰਾਹ ਨੂੰ ਦੇਖੀਏ ਜਿਹੜਾ ਦਰਗਾਹ ਦੇ ਵਿੱਚ ਲੈ ਕੇ ਜਾਂਦਾ ਹੈ। ਉਸ ਰਸਤੇ 'ਤੇ ਚੱਲੀਏ ਜਿਹੜਾ ਬੈਕੁੰਠ ਨੂੰ ਲੈ ਕੇ ਜਾਂਦਾ ਹੈ। ਸੋ ਇਸ ਕਰਕੇ ਗੁਰੂ ਮਹਾਰਾਜ ਸਾਨੂੰ ਰੋਜ਼ ਦੱਸਦੇ ਹਨ, ਚਰਨ ਚਲੋ
ਮਰ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ। ਮਤਲਬ ਸੱਚ ਦੇ ਰਾਹ 'ਤੇ ਤੁਰਿਆ ਰਹੋ। ਮਤਲਬ ਈਮਾਨਦਾਰੀ ਦੀ ਜ਼ਿੰਦਗੀ, ਸੱਚੀ ਸੁੱਚੀ ਕਿਰਤ ਵਾਲੀ ਜ਼ਿੰਦਗੀ ਇਹ ਬਤੀਤ ਕਰੀ ਜਾਓ, ਆਪਣੇ ਫਰਜ਼ ਅਦਾ ਕਰੀ ਜਾਓ। ਗੁਰੂ ਦਾ ਭੈ ਰੱਖ ਕੇ ਭਾਉ ਦੇ ਵਿੱਚ ਆ ਕੇ ਆਪਣੇ ਜੀਵਨ ਨੂੰ ਬਤੀਤ ਕਰੀ ਜਾਓ। ਇਹ ਹੀ ਸਾਨੂੰ ਗੁਰੂ ਦਾ ਹੁਕਮ ਹੈ, ਇਹ ਹੀ ਸਾਨੂੰ ਗੁਰੂ ਦੀ ਆਗਿਆ ਹੈ। ਸੋ ਗੁਰੂ ਸਾਹਿਬ ਮਿਹਰ ਕਰਨ, ਸਾਨੂੰ ਭੁੱਲਿਆਂ ਹੋਇਆਂ ਨੂੰ, ਭਟਕਿਆਂ ਹੋਇਆਂ ਨੂੰ ਆਪਣਾ ਰਸਤਾ ਮਿਲੇ। ਜਿਹੜਾ ਸਾਡਾ ਰਸਤਾ ਹੈ, ਸਾਡਾ ਰਸਤਾ ਹੈ ਗੁਰਮਤਿ ਮਾਰਗ। ਸਾਡੀ ਮੰਜ਼ਿਲ ਹੈ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਅੱਲਾ ਰਾਮ। ਅਤੇ ਆਪਣੇ ਰਸਤੇ ਤੋਂ ਅਸੀਂ ਕਦੇ ਵੀ ਪਿੱਛੇ ਨਹੀਂ ਹਟਣਾ, ਆਪਣੇ ਰਸਤੇ 'ਤੇ ਚੱਲੀ ਜਾਣਾ ਹੈ। ਔਰ ਇਹ ਚਾਲ ਜਿਹੜੀ ਹੈ ਇਸ ਨੂੰ ਧੀਮੀ ਨਹੀਂ ਕਰਨੀ, ਹੌਲੀ ਨਹੀਂ ਕਰਨੀ। ਇਹ ਚਾਲ ਜਿਹੜੀ ਹੈ ਇਹ ਲਗਾਤਾਰ ਤੇਜ਼ ਹੋਣੀ ਚਾਹੀਦੀ ਹੈ, ਵਧਣੀ ਚਾਹੀਦੀ ਹੈ। ਮਤਲਬ ਸ਼ਰਧਾ ਦੀ ਚਾਲ, ਲਗਨ ਪ੍ਰੇਮ ਦੀ ਚਾਲ, ਕੁਝ ਸਿੱਖਣ ਦੀ ਚਾਲ, ਬਾਣੀ ਸੁਣਨ ਅਤੇ ਪੜ੍ਹਨ ਦੀ ਚਾਲ, ਗੁਰੂ ਕੋਲ ਆਉਣ ਦੀ ਚਾਲ, ਗੁਰੂ ਨੂੰ ਦੇਖਣ ਰੂਪੀ ਚਾਲ। ਇਹ ਚਾਲ ਜਿਹੜੀ ਹੈ ਇਹ ਬਣੀ ਰਹਿਣੀ ਚਾਹੀਦੀ ਹੈ। ਇਹ ਹੌਲੀ ਜਾਂ ਘਟਣੀ ਨਹੀਂ ਚਾਹੀਦੀ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਾ ਮਾਰਗ ਚਲਣਾ। ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਸੋ ਚਾਲ, ਜਿਸ ਦੀ ਚਾਲ ਵਿਗੜ ਜਾਏ ਉਹ ਰਸਤੇ ਤੋਂ ਭਟਕ ਜਾਂਦਾ। ਜਿਹੜਾ ਰਸਤੇ ਤੋਂ ਭਟਕ ਜਾਂਦਾ ਉਹ ਮੰਜ਼ਿਲ ਤੋਂ ਲਾਂਭੇ ਹੋ ਜਾਂਦਾ। ਜਿਹੜਾ ਮੰਜ਼ਿਲ ਤੋਂ ਲਾਂਭੇ ਹੋ ਜਾਂਦਾ ਉਹਦਾ ਜੀਵਨ ਵਿਅਰਥ ਹੋ ਜਾਂਦਾ। ਜਿਸ ਦਾ ਜੀਵਨ ਅਰਥ ਵਾਲਾ ਨਾ ਰਹੇ, ਵਿਅਰਥ ਹੋ ਜਾਵੇ, ਉਹਨੂੰ ਮੁੜ 84 ਦੇ ਚੱਕਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਆਉਣਾ ਜਾਣਾ ਪੈ ਜਾਂਦਾ। ਇਸ ਕਰਕੇ ਕੱਲ੍ਹ ਵੀ ਅਸੀਂ ਸਰਵਣ ਕੀਤਾ ਸੀ, ਸੰਭਲਣਾ ਅਤੇ ਸੰਭਾਲਣਾ ਇਹ ਬਹੁਤ ਜ਼ਰੂਰੀ ਹੈ। ਆਪਣੇ ਆਪ ਨੂੰ, ਆਪਣੇ ਵਿਚਾਰਾਂ ਨੂੰ, ਆਪਣੀ ਸੋਚ ਨੂੰ ਅਤੇ ਆਪਣੀ ਜ਼ਮੀਰ ਨੂੰ, ਆਪਣੀ ਜ਼ਿੰਦਗੀ ਨੂੰ ਸੰਭਲਣਾ ਅਤੇ ਸੰਭਾਲਣਾ ਬਹੁਤ ਜ਼ਰੂਰੀ ਹੈ। ਇਹ ਗੁਰੂ ਸਾਹਿਬ ਕਿਰਪਾ ਮਿਹਰ ਕਰਨ। ਇਹ ਤਾਂ ਹੀ ਹੋ ਸਕਦਾ ਜੇ ਮਹਾਰਾਜ ਮਿਹਰ ਕਰਨ। ਸੋ ਆਓ ਲੜੀਵਾਰ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 367 ਦੇ ਉੱਪਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ, ਆਸਾ ਮਹੱਲਾ ਚੌਥਾ। ਨਾਮ ਸੁਣੀ ਨਾਮੋ ਮਨ ਭਾਵੈ, ਨਾਮ ਸੁਣੀ ਨਾਮੋ ਮਨ ਭਾਵੈ, ਵੱਡੇ ਭਾਗ ਗੁਰਮੁਖ ਹਰ ਪਾਵੈ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਵੀ ਮੈਂ ਨਾਮ ਨੂੰ ਸੁਣਦਾ ਹਾਂ, ਨਾਮ ਨੂੰ ਮੈਂ ਪਿਆਰਾ ਸਮਝਦਾ ਹਾਂ, ਜਾਂ ਇੰਝ ਵੀ ਕਹਿ ਸਕਦੇ ਹਾਂ ਨਾਮ ਨੂੰ ਸੁਣਿਆ ਕਰੋ, ਨਾਮ ਨੂੰ ਸੁਣਨਾ ਚਾਹੀਦਾ। ਨਾਮ ਸਾਨੂੰ ਪਿਆਰਾ ਲੱਗਣਾ ਚਾਹੀਦਾ, ਨਾਮ ਸਾਨੂੰ ਸੁਣਨਾ ਚਾਹੀਦਾ, ਨਾਮ ਸਾਨੂੰ ਚੰਗਾ ਮਤਲਬ ਪਿਆਰਾ ਲੱਗਣਾ ਚਾਹੀਦਾ। ਨਾਮ ਪਿਆਰਾ ਸਭ ਨੂੰ ਚੰਗਾ ਜਿਹੜਾ ਹੈ ਉਹ ਨਹੀਂ ਲੱਗਦਾ। ਨਾਮ ਜਪੀ ਨਾਮੋ ਸੁਖਸਾਰ, ਨਾਮ ਸੁਣੀ ਨਾਮੋ ਮਨ ਭਾਵੈ। ਨਾਮ ਦੇ ਵਿੱਚ ਬਹੁਤ ਜ਼ਿਆਦਾ ਗਿਆਨ ਹੈ, ਨਾਮ ਦੇ ਵਿੱਚ ਬਹੁਤ ਜ਼ਿਆਦਾ ਸਿੱਖਿਆ ਹੈ, ਨਾਮ ਦੇ ਇੱਕ ਇੱਕ ਅੱਖਰ ਵਿੱਚ ਬਹੁਤ ਵੱਡਾ ਸਿਧਾਂਤ ਹੈ। ਸੋ ਇਸ ਕਰਕੇ ਸਿਧਾਂਤ ਨੂੰ, ਸਿੱਖਿਆ ਨੂੰ ਦੁਨੀਆ ਦੇ ਵਿੱਚ ਵਿਰਲੇ ਜਿਹੜੇ ਨੇ ਉਹ ਸੁਣਨੀ, ਲੈਣੀ ਜਾਂ ਪ੍ਰਾਪਤ ਕਰਨੀ ਚਾਹੁੰਦੇ ਨੇ। ਕਿਉਂਕਿ ਜਦੋਂ ਨਾਮ ਸਹੀ ਰੂਪ ਦੇ ਵਿੱਚ ਸਾਡੇ ਸਾਹਮਣੇ ਆਏਗਾ
ਤੇ ਨਾਮ ਸਾਡੀਆਂ ਸਾਰੀਆਂ ਹੀ ਕਮੀਆਂ ਸਾਨੂੰ ਦੱਸ ਦੇਵੇਗਾ। ਜਦੋਂ ਨਾਮ ਸਾਨੂੰ ਸਾਡੀ ਕਮੀ ਦੱਸਣ ਲੱਗੇਗਾ ਤੇ ਫਿਰ ਸਾਨੂੰ ਨਾਮ ਪਸੰਦ ਨਹੀਂ ਆਉਣਾ। ਜਿਹੜਾ ਬੰਦਾ ਸਾਡੀ ਪ੍ਰਸ਼ੰਸਾ ਕਰਦਾ, ਵਡਿਆਈ ਕਰਦਾ, ਮੇਰੀ ਕਰਦਾ, ਤੁਹਾਡੀ ਕਰਦਾ, ਸਾਨੂੰ ਉਹ ਬਹੁਤ ਅੱਛਾ ਤੇ ਚੰਗਾ ਲੱਗਦਾ। ਜਿਹੜਾ ਕੋਈ ਬੰਦਾ ਸਾਨੂੰ ਕੋਈ ਚੰਗੀ ਸਲਾਹ ਦੇਵੇ ਜਾਂ ਕੋਈ ਸਾਡੇ ਵਿੱਚ ਕੋਈ ਕਮੀ ਹੋਵੇ ਉਸ ਨੂੰ ਦੱਸੇ, ਕੋਈ ਵੀ ਹੈ, ਉਸ ਨੂੰ ਉਹ ਓਨਾ ਚੰਗਾ ਨਹੀਂ ਲੱਗਦਾ ਜਿੰਨਾ ਸਿਫਤ ਕਰਨ ਵਾਲਾ ਚੰਗਾ ਲੱਗਦਾ। ਸਾਨੂੰ ਸਾਡੀ ਸਿਫਤ ਕਰਨ ਵਾਲਾ ਬੰਦਾ ਜ਼ਿਆਦਾ ਚੰਗਾ ਲੱਗਦਾ। ਕੋਈ ਸਾਡੀ ਕਮੀ ਦੇਖ ਕੇ ਸਲਾਹ ਦੇਣ ਵਾਲਾ ਓਨਾ ਚੰਗਾ ਨਹੀਂ ਲੱਗਦਾ। ਜਦ ਕਿ ਦੋਵੇਂ ਹੀ ਚੰਗੇ ਲੱਗਣੇ ਚਾਹੀਦੇ ਹਨ। ਪਰ ਜਿਹੜਾ ਦੱਸ ਰਿਹਾ ਹੈ ਉਹ ਸੱਚਮੁੱਚ ਸਹੀ ਬੋਲੇ, ਸਹੀ ਆਖੇ, ਤਾਂ ਉਹ ਚਲਾਕੀ ਦੇ ਨਾਲ, ਸ਼ਰਾਰਤ ਦੇ ਨਾਲ ਕੋਈ ਸਲਾਹ ਨਾ ਦੇਵੇ, ਕਿਸੇ ਨੂੰ ਨੀਵਾਂ ਦਿਖਾਉਣ ਲਈ ਸਲਾਹ ਨਾ ਦੇਵੇ, ਕਿਸੇ ਨੂੰ ਰਾਹ ਪਾਉਣ ਦੇ ਲਈ ਤਰੀਕੇ ਦੇ ਨਾਲ ਸਲਾਹ ਦੇਵੇ, ਤਰੀਕੇ ਦੇ ਨਾਲ। ਤੇ ਉਸ ਚੀਜ਼ ਨੂੰ ਇਨਸਾਨ ਜਿਹੜਾ ਉਹ ਸੁਣ ਵੀ ਲੈਂਦਾ, ਮੰਨ ਵੀ ਲੈਂਦਾ। ਸੋ ਕਹਿਣ ਦਾ ਭਾਵ ਇਹ ਹੈ ਵੀ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰ ਰਹੇ ਨੇ ਵੀ ਨਾਮ ਜਿਹੜਾ ਹੈ ਉਹਨੂੰ ਭਾਉਂਦਾ ਹੈ, ਉਹਨੂੰ ਚੰਗਾ ਲੱਗਦਾ ਜਿਸ ਨੇ ਸੱਚ ਸੁਣਨਾ ਪ੍ਰਵਾਨ ਕਰ ਲਿਆ, ਜਿਸ ਨੂੰ ਸੱਚ ਚੁਭਦਾ ਨਹੀਂ, ਜਿਸ ਨੂੰ ਸੱਚ ਕੌੜਾ ਨਹੀਂ ਲੱਗਦਾ। ਟਰੂਥ ਇਜ਼ ਬਿਟਰ। ਜਿਹਨੂੰ ਸੱਚ ਤਕਲੀਫ ਨਹੀਂ ਦਿੰਦਾ ਉਹ ਨਾਮ ਨੂੰ ਸਮਝ ਸਕਦਾ, ਤੇ ਜਿਹਨੂੰ ਸੱਚ ਤਕਲੀਫ ਦਿੰਦਾ, ਜਿਹਨੂੰ ਸੱਚ ਸੁਣਨਾ ਚੰਗਾ ਨਹੀਂ ਲੱਗਦਾ, ਤੇ ਉਹਦੇ ਜੀਵਨ ਦੇ ਵਿੱਚ ਕਦੀ ਵੀ ਬਦਲਾਵ ਨਹੀਂ ਆ ਸਕਦਾ। ਜਿਹਨੂੰ ਜਿਸ ਬੱਚੇ ਨੂੰ ਮਾਸਟਰ ਦੀ ਝਿੜਕ ਮਾੜੀ ਲੱਗਦੀ ਹੈ, ਜਿਸ ਬੱਚੇ ਨੂੰ ਮਾਸਟਰ ਦੇ ਮਾਰੇ ਹੋਏ ਡੰਡੇ ਦੀ ਸੱਟ ਜ਼ਿਆਦਾ ਲੱਗਦੀ ਹੈ, ਜਿਸ ਨੂੰ ਆਪਣੇ ਮਾਂ ਬਾਪ ਦੀ ਕਹੀ ਹੋਈ ਗੱਲ ਕੌੜੀ ਲੱਗਦੀ ਹੈ, ਧਿਆਨ ਦੇਣਾ, ਜਿਸ ਬੱਚੇ ਨੂੰ ਜਾਂ ਨੌਜਵਾਨ ਨੂੰ ਆਪਣੇ ਮਾਪਿਆਂ ਦੀ ਦਿੱਤੀ ਹੋਈ ਨਸੀਹਤ ਮਾੜੀ ਲੱਗਦੀ ਹੈ, ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਜਿਹੜਾ ਸਾਡਾ ਮਾਸਟਰ ਹੁੰਦਾ ਹੈ, ਗੁਰੂ ਹੁੰਦਾ ਹੈ, ਜਾਂ ਸਾਡੇ ਪੇਰੈਂਟਸ ਹੁੰਦੇ ਨੇ, ਮਾਪੇ ਹੁੰਦੇ ਨੇ, ਉਹਨਾਂ ਦੀ ਗੱਲ ਲੱਗਦੀ ਤੇ ਕਠੋਰ ਹੈ। ਉਹ ਵਰਜਦੇ ਨੇ, ਉਹ ਰੋਕਦੇ ਨੇ। ਗੁਰੂ ਵੀ ਰੋਕਦਾ, ਸਾਡੇ ਮਾਪੇ ਵੀ ਰੋਕਦੇ ਨੇ ਕਈ ਗੱਲਾਂ ਤੇ ਸਾਡਾ ਗੁਰੂ ਟੀਚਰ ਜਿਹਦੇ ਕੋਲ ਪੜ੍ਹਦੇ ਆ ਉਹ ਵੀ ਰੋਕਦਾ, ਉਹ ਵੀ ਡਿਸਿਪਲਿਨ ਸਿਖਾਉਂਦਾ। ਤੇ ਜਿਹੜਾ ਉਸ ਰੋਕ ਨੂੰ ਸਮਝੇ ਵੀ ਮੇਰੀ ਆਜ਼ਾਦੀ ਦੇ ਵਿੱਚ ਦਖਲ ਅੰਦਾਜ਼ੀ ਹੈ, ਉਹ ਅਗਿਆਨੀ ਹੈ, ਉਹ ਸਫਲ ਨਹੀਂ ਹੁੰਦਾ। ਗੁਰੂ ਦੇ ਵਿਚਾਰ, ਗੁਰੂ ਦੀ ਸਿੱਖਿਆ ਸਾਡੇ ਜੀਵਨ ਦੇ ਵਿੱਚ ਦਖਲ ਅੰਦਾਜ਼ੀ ਨਹੀਂ। ਸਾਡੇ ਘਰਦਿਆਂ ਦੇ ਦਿੱਤੇ ਹੋਏ ਵਿਚਾਰ ਸੰਸਕਾਰ ਸਾਡੇ ਜੀਵਨ ਵਿੱਚ ਦਖਲ ਅੰਦਾਜ਼ੀ ਨਹੀਂ, ਸਗੋਂ ਤੇ ਸਾਡੇ ਜੀਵਨ ਨੂੰ ਬਣਾਉਣ ਦੇ ਲਈ ਉਹ ਸਿੱਖਿਆ ਤੇ ਸਿਧਾਂਤ ਹਨ। ਉਹ ਸਿੱਖਿਆ ਹੈ, ਉਹ ਸਿਧਾਂਤ ਹੈ। ਗੁਰੂ ਵੀ ਦਿੰਦਾ, ਪਰਿਵਾਰ ਵੀ ਦਿੰਦਾ, ਔਰ ਚੰਗੇ ਇਨਸਾਨ ਵੀ ਦਿੰਦੇ ਨੇ। ਸੋ ਗੁਰੂ ਰਾਮਦਾਸ ਜੀ ਫਰਮਾਨ ਕਰਦੇ, ਨਾਮ ਸੁਣੀ ਨਾਮੋ ਮਨ ਭਾਵੈ, ਨਾਮ ਨੂੰ ਸੁਣ, ਨਾਮ ਨੂੰ ਚੰਗਾ ਸਮਝ, ਨਾਮ ਰੂਪੀ ਵਸਤੂ ਨੂੰ ਚੰਗੀ ਸਮਝ। ਇਹਦੇ ਵਿੱਚ ਨੁਕਸ ਨਹੀਂ, ਸਾਨੂੰ ਕੱਢਣਾ ਚਾਹੀਦਾ। ਵੱਡੇ ਭਾਗ ਗੁਰਮੁਖ ਹਰ ਪਾਵੈ। ਸੋ ਇਹ ਜਿਹੜੀ ਨਾਮ ਰੂਪੀ ਵਸਤੂ ਹੈ, ਮਹਾਰਾਜ ਜੀ ਕਹਿੰਦੇ ਵੱਡਿਆਂ ਭਾਗਾਂ ਦੇ ਨਾਲ ਜਿਸ ਨੂੰ ਪ੍ਰਾਪਤ ਹੁੰਦੀ ਹੈ ਉਹ ਗੁਰਮੁਖ ਹੁੰਦਾ, ਉਹਦੀ ਨਿਸ਼ਾਨੀ ਹੈ ਗੁਰਮੁਖ। ਗੁਰਮੁਖ ਨੂੰ ਗੁਰੂ ਦੀ ਮੱਤ ਚੰਗੀ ਲੱਗਦੀ ਹੈ, ਮਨਮੁਖ ਨੂੰ ਗੁਰੂ ਦੀ ਮੱਤ ਭੈੜੀ ਲੱਗਦੀ ਹੈ, ਚੰਗੀ ਨਹੀਂ ਲੱਗਦੀ। ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ।
सो गुरु की मत लैन वाला कदे गुरु नूं सलाह नहीं दिंदा, कदे गुरु ते शंका नहीं करता, ते कदे गुरु नाल शिकवा भी नहीं करता, कदे गुरु विच नुक्स भी नहीं कढ़दा, आ नहीं ओ नहीं। वो सत सत करके मनदा, जो गुरु कहंदा है वो सत करके मनदा। सो इस करके महाराज जी कहंदे वो बहुत वड्डियां भागां वाले हुंदे ने जिहड़े गुरु दी गल नूं सत करके मनदे हन। नाम जपो गुरमुख परगासा। सो नाम नूं सुन वाला जपन वाला जिहड़ा वो आत्मक तौर ते जाग जाता है। आत्मक तौर ते दुनिया सुती पई है, ते जिहड़े सतपुरख ने साधु जन है गुरमुख प्यारे ने महाराज जी नूं प्रेम करने वाले ने वो आत्मक तौर ते जागे होए ने। जिवें कोई बहुत वड्डा गुनाह करदा, बहुत वड्डी गलती करदा, उन्होंने अक्सर असीं कहने आ इहदी आत्मा मर चुकी है। असीं उस बंदे जां इंसान नूं कहंदे आ इस दी आत्मा मर चुकी है। ये इस करके ही इन्ना कुफर तोलदा पिया, इन्ना कहर कमाउंदा पिया, इन्नी नफरत करदा पिया, इन्नी हद पार करदा पिया। इसदा मतलब इस दी आत्मा मर चुकी है। जिहड़ा हद तो वध वधी जांदा है उसनूं असीं इस तरह कह दिंदे आ। सो गुरु साहब जी कहंदे उस इंसान की जिहड़ी आत्मा जागदी है, नाम नूं सुन वाले दी, नाम नूं जपन वाले दी आत्मा जिहड़ी है सुती हुंदी है, उसनूं जागृत अवस्था मिलदी है, उसनूं प्रकाश मिलदा है, मतलब ज्ञान मिलदा है, सोझी मिलदी है। नाम जपो गुरमुख परगासा, नाम बिना मैं धर नहीं काई, नाम रविया सब सास गिरासा। सो मैनू नाम तो बिना गुरु साहब जी फरमान करते हैं होर कोई दुनिया विच आसरा दिसदा नहीं, और मैं हर एक सवास नाल साह दे नाल उसनूं याद करदा हाँ, जां सानूं याद करना चाहिदा है। नामे सुरत सुनी मन भाई। महाराज जी कहते जदों दी मेरी सुरत नाम विच लगी है, जां जी कह सकते हैं जदों साडी सुरत जिहड़ी है नाम विच लगेगी जां तब्दील होएगी जां मिक्स होएगी जां टच होएगी, ते सानूं मालक प्यारा लगन लग जाएगा। जिवें मैं शुरू विच कहा, जे रुचि ना होई, जे दिलचस्पी ना होई, जे इंटरस्ट ना होया, जे लगन ना होई, जे शब्द नाल टचिंग ना होई, ते एडा वड्डा शब्द हुंदा होया भी शब्द ने कुछ भी नहीं करना। शब्द ने कुछ भी नहीं करना। जेब दे विच किसी को $100 है, चाहे 2000 का नोट है, बहुत कीमत रखता है, बहुत कीमत रखता है। जे कोई रख के भुल जाए तो भी वो कोई फायदा नहीं। बहुत कीमती करंसी जेब विच पाई हुई है, कई बार असीं रख के भुल जाने आ, कई दिनों बाद बोझे विचों, खीसे विचों, जेब विचों, पॉकेट विचों पैसे लज पैंदे ने, लभ पैंदे ने। असीं कहने ओहो मेरे को इत्थे रखे गए। जदों तक भुले रहे उदों तक वो किसी काम नहीं आए, है सी वो कीमती। जदों तक भुले रहे उदों तक भी वो काम नहीं आए, तो जे याद रहे उन्होंने खर्चे ना फिर भी काम नहीं आए। एक तो भुले रहे, किसी को पैसे रख के भुल गया बहुत ज़्यादा, वो भी काम ना आए, तो जे किसी को चेते सी उन्हें खर्चे नहीं, उहदे भी काम ना आए, तो फिर फायदा की होया। एक नूं अपने अंदरों परमात्मा सी, एक नूं भुल गया, शब्द चलता सी, शब्द भुल गया। एक शब्द मेरे प्राण वस्त है बहुड़ जन्म नाम, एक तो भुला के बैठा अज्ञानता वस, ओहदी ते गल ही छड्डियो। हुण असीं आ जिन्हां याद है, जिन्हां याद है भी हाँ नाम है, नाम दी ये महिमा है, नाम धन है, नाम बड़ी बरकत है, नाम बड़ी 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 चीज़ है, पर ये सब कुछ जानते हुए भी असी अपने
ਸਵਾਸਾਂ ਨੂੰ ਖਰਚਿਆ ਨਹੀਂ। ਕਿੱਥੇ? ਗੁਰੂ ਦੀ ਯਾਦ ਵਿੱਚ। ਕਿੱਥੇ? ਸਤ ਸੰਗਤ ਵਿੱਚ। ਕਿੱਥੇ? ਕੋਈ ਕਿਤੇ ਕਰਤਾ ਕੀਰਤਨ ਹੁੰਦੀ ਹੋਵੇ ਉੱਥੇ ਖਰਚਣੇ ਸੀ। ਅਸੀਂ ਉੱਥੋਂ ਖਰਚਣ ਦੀ ਬਜਾਏ ਗਲਤ ਜਗ੍ਹਾ ਖਰਚ ਦਿੱਤੇ ਜਿੱਥੇ ਦੁਨਿਆਵੀ ਗੱਲਾਂ ਬਾਤਾਂ ਹੁੰਦੀਆਂ ਸਨ, ਜਿੱਥੇ ਦੁਨਿਆਵੀ ਸ਼ੋਰ ਸ਼ਰਾਬਾ ਸੀ। ਅਸੀਂ ਇਹ ਜਿਹੜਾ ਧਨ ਹੈ, ਸਵਾਸਾਂ ਨੂੰ ਪੂੰਜੀ ਕਹਿੰਦੇ ਨੇ ਨਾ, ਅਸੀਂ ਸਵਾਸਾਂ ਰੂਪੀ ਪੂੰਜੀ ਨੂੰ ਉੱਥੇ ਖਰਚ ਦਿੱਤੀ ਜਿੱਥੇ ਖਰਚਣੀ ਨਹੀਂ ਚਾਹੀਦੀ ਸੀ, ਅਤੇ ਜਿੱਥੇ ਜ਼ਿਆਦਾ ਖਰਚਣੀ ਚਾਹੀਦੀ ਸੀ ਉੱਥੇ ਅਸੀਂ ਬਹੁਤ ਘੱਟ ਖਰਚੀ, ਅਤੇ ਸਾਡੀ ਜਿਹੜੀ ਹੈ ਗਲਤ ਪਾਸੇ ਪੂੰਜੀ ਜਿਹੜੀ ਹੈ ਜ਼ਿਆਦਾ ਚਲੀ ਗਈ, ਅਤੇ ਚੰਗੇ ਪਾਸੇ ਜਿਹੜੀ ਹੈ ਉਹ ਪੂੰਜੀ ਘੱਟ ਖਰਚੀ ਗਈ। ਇਸ ਕਰਕੇ ਅਸੀਂ ਕੰਗਾਲ ਹੋ ਗਏ, ਚੰਗੇ ਭਲੇ ਅੰਦਰੋਂ ਅਮੀਰ ਹੁੰਦੇ ਹੋਏ। ਚੰਗੇ ਭਲੇ ਅਸੀਂ ਬਹੁਤ ਵੱਡੇ ਹੁੰਦੇ ਹੋਏ ਛੋਟੇ ਹੋ ਗਏ, ਕਿਉਂਕਿ ਅਸੀਂ ਉਸ ਨਾਮ ਧਨ ਨੂੰ ਪਹਿਲਾਂ ਤੇ ਕਈਆਂ ਕੋਲੋਂ ਗਵਾਚਿਆ ਰਿਹਾ, ਉਹਨੂੰ ਪਤਾ ਹੀ ਨਹੀਂ ਲੱਗਾ, ਸਾਰੀ ਜ਼ਿੰਦਗੀ ਲੰਘ ਗਈ। ਜੇ ਲੱਭਾ ਹੀ ਹੈ ਤੇ ਉਹ ਸਿਰਫ ਦਿਖਾਵੇ ਮਾਤਰ ਕਰ ਦਿੱਤਾ, ਦਿਖਾਵੇ ਮਾਤਰ, ਸਿਰਫ ਦੇਖਾ ਦੇਖੀ। ਇਸ ਕਰਕੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਆ, ਨਾਮੇ ਸੁਰਤ ਸੁਣੀ ਮਨ ਭਾਈ। ਜਦੋਂ ਮੇਰੀ ਨਾਮ ਦੇ ਨਾਲ ਸੁਰਤ ਲੱਗ ਗਈ ਜਾਂ ਜੁੜ ਗਈ ਜਾਂ ਜੁੜ ਜਾਏਗੀ ਤੇ ਮੈਨੂੰ ਫਿਰ ਸਭ ਕੁਝ ਪਿਆਰਾ ਲੱਗਣ ਲੱਗ ਪਿਆ ਜਾਂ ਲੱਗ ਜਾਏਗਾ। ਮਨ ਪਿਆਰਾ ਲੱਗਣ ਲੱਗ ਜਾਏਗਾ, ਆਪਣਾ ਸਰੀਰ ਪਿਆਰਾ ਲੱਗਣ ਲੱਗ ਜਾਏਗਾ, ਦੁਨੀਆ ਪਿਆਰੀ ਲੱਗਣ ਲੱਗ ਜਾਏਗੀ। ਮਤਲਬ ਅੰਦਰੋਂ ਇਹ ਪੈਦਾ ਹੋ ਜਾਏਗੀ ਦਇਆ, ਧਰਮ ਪੈਦਾ ਹੋ ਜਾਏਗਾ। ਧੌਲ ਧਰਮ ਦਇਆ ਕਾ ਪੂਤ। ਜਦੋਂ ਦਇਆ ਪੈਦਾ ਹੋ ਗਈ ਫਿਰ ਸਭ ਕੁਝ ਪੈਦਾ ਹੋ ਜਾਏਗਾ, ਧਰਮ ਵੀ ਪੈਦਾ ਹੋਏਗਾ, ਆਪਣੀ ਪਹਿਚਾਣ ਵੀ ਪੈਦਾ ਹੋ ਜਾਏਗੀ, ਅਤੇ ਸਭ ਤੋਂ ਵੱਡਾ ਪੁੰਨ ਦਇਆ ਜਿਹੜੀ ਹੈ ਆਪਣੇ 'ਤੇ ਕਰੇਗਾ, ਆਪਣੇ ਆਪ ਨੂੰ ਬਚਾ ਲਏਗਾ, ਆਪਣੇ ਆਪ ਨੂੰ ਸਿੱਧੇ ਰਸਤੇ ਪਾ ਦੇਗਾ। ਜਦੋਂ ਆਪਣੇ ਆਪ ਨੂੰ ਇਹ ਸਿੱਧੇ ਰਸਤੇ ਪਾਏਗਾ, ਇਹਨੂੰ ਦੇਖ ਕੇ ਕੋਈ ਸਿੱਧੇ ਰਸਤੇ ਪੈ ਜਾਏਗਾ। ਕਈ ਵਾਰ ਅਸੀਂ ਕਹਿੰਦੇ ਹਾਂ ਵੀ ਉਹ ਜਿਹੜਾ ਬੰਦਾ ਜਿੱਧਰ ਜਾ ਰਿਹਾ ਉਹਨੇ ਵੀ ਉੱਥੇ ਹੀ ਜਾਣਾ। ਅਸੀਂ ਕਈ ਵਾਰ ਸਾਨੂੰ ਰਸਤੇ ਦਾ ਪਤਾ ਨਹੀਂ ਹੁੰਦਾ ਅਤੇ ਬੱਸ ਵਿੱਚ, ਟ੍ਰੇਨ ਵਿੱਚ ਬੈਠੇ ਨੂੰ ਪੁੱਛ ਲੈਂਦੇ ਹਾਂ, ਹਵਾਈ ਜਹਾਜ਼ ਵਿੱਚ ਪੁੱਛ ਲੈਂਦੇ ਹਾਂ ਵੀ ਤੁਸੀਂ ਕਿਹੜੇ ਸ਼ਹਿਰ ਜਾਣਾ, ਤੁਸੀਂ ਕਿਹੜੇ ਅੱਡੇ 'ਤੇ ਉਤਰਨਾ। ਉਹ ਕਹਿੰਦਾ ਮੈਂ ਤਾਂ ਫਲਾਨੀ ਜਗ੍ਹਾ ਜਾਣਾ। ਸਾਨੂੰ ਪਤਾ ਲੱਗ ਜਾਂਦਾ ਅਸੀਂ ਤਾਂ ਉੱਥੇ ਗਏ ਨਹੀਂ, ਇਹਦੇ ਪਿੱਛੇ ਪਿੱਛੇ ਲੱਗੀ ਜਾਂਦੇ ਹਾਂ, ਇਹਦੇ ਪਿੱਛੇ ਪਿੱਛੇ ਜਾਂਦੇ ਹਾਂ ਜਿੱਥੇ ਇਹ ਜਾਏਗਾ, ਕਿਉਂਕਿ ਇਹਨੇ ਵੀ ਉੱਥੇ ਹੀ ਜਾਣਾ ਜਿੱਥੇ ਅਸੀਂ ਜਾਣਾ। ਇਹ ਤਾਂ ਰੋਜ਼ ਜਾਂਦਾ, ਅਸੀਂ ਨਹੀਂ ਗਏ। ਅਸੀਂ ਕਈ ਵਾਰ ਉਹਦੇ ਨਾਲ ਉਹਦੇ ਪਿੱਛੇ ਪਿੱਛੇ ਲੱਗ ਜਾਂਦੇ ਹਾਂ, ਕਿਸੇ ਨੂੰ ਪੁੱਛਦੇ ਨਹੀਂ, ਕਿਉਂਕਿ ਸਾਨੂੰ ਸਾਥ ਮਿਲ ਗਿਆ, ਸਾਨੂੰ ਸਾਥ ਮਿਲ ਗਿਆ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ, ਜਦੋਂ ਨਾਮ ਨੂੰ ਸੁਰਤ ਦਾ, ਸੁਰਤ ਨੂੰ ਨਾਮ ਦਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਦੋਂ ਨਾਮ ਨੂੰ ਸੁਰਤ ਦਾ, ਸੁਰਤ ਨੂੰ ਨਾਮ ਦਾ ਸਾਥ ਮਿਲ ਗਿਆ, ਫਿਰ ਇਹ ਕਿਸੇ ਕੋਲ ਪੁੱਛਦੇ ਨਹੀਂ ਪਏ ਬਾਬੇ ਦਾ ਘਰ ਕਿੱਥੇ ਹੈ, ਗੁਰੂ ਨਾਨਕ ਦਾ ਘਰ ਕਿੱਥੇ ਹੈ, ਨਿਰੰਕਾਰ ਦਾ ਘਰ ਕਿੱਥੇ ਹੈ। ਉਹ ਦੋਨੇ ਜਾਣੇ ਤੁਰੀ ਜਾਂਦੇ ਨੇ ਅਤੇ ਉਹ ਇੱਕ ਦਿਨ ਉੱਥੇ ਪਹੁੰਚ ਜਾਂਦੇ ਨੇ ਜਿੱਥੇ ਪਹੁੰਚੀਦਾ ਹੈ। ਸ਼ਬਦ ਸੁਰਤ ਦੇ ਕੰਬੀਨੇਸ਼ਨ ਨਾਲ, ਸ਼ਬਦ ਸੁਰਤ ਦੇ ਸੁਮੇਲ ਦੇ ਨਾਲ ਨਿਰੰਕਾਰ ਦੇ ਘਰ ਵਿੱਚ ਪਹੁੰਚਿਆ ਜਾ ਸਕਦਾ ਹੈ। ਸੋ ਗੁਰੂ ਰਾਮਦਾਸ ਜੀ ਦੇ ਬੜੇ ਪਿਆਰੇ ਬਚਨ ਚੱਲ ਰਹੇ ਨੇ, ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਿਖਾਈ। ਜਿਹੜਾ ਮੈਨੂੰ ਇਹ ਚੀਜ਼ ਦੇ ਬਾਰੇ ਦੱਸਦਾ, ਜਿਹੜਾ ਮੈਨੂੰ ਇੱਦਾਂ ਦੀਆਂ ਸੋਹਣੀਆਂ ਪਿਆਰੀਆਂ ਚੀਜ਼ਾਂ ਦੇ ਬਾਰੇ ਦੱਸਦਾ, ਉਹ ਮੇਰਾ ਮਿੱਤਰ ਹੈ, ਉਹ ਮੇਰਾ ਸਾਥੀ ਹੈ। ਜੋ ਨਾਮ ਸੁਣਾਵੇ ਸੋ ਮੇਰਾ ਮੀਤ। ਮੀਤ ਮੈਨੇ ਮਿੱਤਰ, ਸਖਾਈ ਮੈਨੇ ਸਾਥੀ, ਸਖਾ, ਸਖੀ ਜਾਂ ਸਖਾ। ਉਹ ਮੇਰਾ ਮਿੱਤਰ ਵੀ ਹੈ, ਮੇਰਾ ਸਖਾ ਵੀ ਹੈ। ਮੇਰੇ ਹਰ ਪ੍ਰਭ ਕੀ ਕੋਈ ਬਾਤ ਸੁਣਾਵੇ ਸੋ ਭਾਈ, ਸੋ ਮੇਰਾ ਵੀਰ। ਉਹ ਮੇਰੇ ਲਈ ਬਹੁਤ ਪਿਆਰਾ। ਕੋਈ ਸੱਜਣ ਸੰਤ ਮਿਲੇ ਵਡਭਾਗੀ, ਮੈਂ ਹਰ ਪ੍ਰਭ ਪਿਆਰਾ ਦੱਸੇ ਜੀਓ। ਧਿਆਨ ਦੇਣਾ, ਵਿਚਾਰ ਬਹੁਤ ਮਨ ਵਿੱਚ ਆਉਂਦੇ ਨੇ। ਕਿਸੇ ਕੋਲੋਂ ਅਸੀਂ ਰਸਤਾ ਪੁੱਛਦੇ ਹਾਂ, ਕਿਸੇ ਨਗਰ ਵਿੱਚ ਗਏ ਹੋਏ, ਕਿਸੇ ਸ਼ਹਿਰ ਦੇ ਮੁਹੱਲੇ ਵਿੱਚ ਗਏ ਹੋਏ,
एयरपोर्ट ते गए होए जां किधरे उतरे होए स्टेशन ते ਉਹ ਸਾਨੂੰ ਚੰਗੀ ਤਰ੍ਹਾਂ ਰਸਤਾ ਦੱਸਦਾ, ਉਹਨੂੰ ਅਸੀਂ ਕਹਿੰਦੇ ਹਾਂ ਭਾਜੀ ਭੈਣ ਜੀ ਤੁਹਾਡਾ ਬਹੁਤ ਧੰਨਵਾਦ, ਤੁਹਾਡਾ ਬਹੁਤ ਧੰਨਵਾਦ। ਠੀਕ ਇਸੇ ਤਰ੍ਹਾਂ ਹੀ ਕਹਿੰਦੇ ਹਨ। ਤੂੰ ਸਾਨੂੰ ਰਸਤਾ ਦੱਸ ਦਿੱਤਾ, ਸਾਡੇ ਰਿਸ਼ਤੇਦਾਰਾਂ ਦਾ ਘਰ ਦੱਸ ਦਿੱਤਾ, ਆ ਜਾਓ ਸਾਡੇ ਨਾਲ ਤੁਹਾਨੂੰ ਚਾਹ ਪਿਲਾਈਏ, ਕਿਉਂਕਿ ਤੁਸੀਂ ਸਾਨੂੰ ਰਸਤਾ ਦੱਸਿਆ। ਜਿਹੜਾ ਰੱਬ ਦਾ ਰਸਤਾ ਦੱਸਦਾ, ਧਿਆਨ ਦੇਣਾ, ਅਸੀਂ ਸਾਰੇ ਆਪਣੇ ਵੱਲ ਨਿਗਾਹ ਮਾਰੀਏ। ਸਾਨੂੰ ਵੀ ਕਿਸੇ ਨੇ ਦੱਸਿਆ, ਤੁਹਾਨੂੰ ਵੀ ਕਿਸੇ ਨੇ ਦੱਸਿਆ, ਕਿ ਅਸੀਂ ਕਦੀ ਉਸ ਨੂੰ ਥੈਂਕ ਯੂ ਕਿਹਾ, ਕਦੀ ਉਸ ਨੂੰ ਸਤਿਕਾਰ ਦਿੱਤਾ? ਜੇ ਦਿੱਤਾ ਤਾਂ ਬਹੁਤ ਚੰਗੀ ਗੱਲ ਹੈ, ਦੇਣਾ ਚਾਹੀਦਾ। ਕੀ ਅਸੀਂ ਉਸ ਨੂੰ ਕਦੀ ਕੁਝ ਛਕਣ ਨੂੰ ਦਿੱਤਾ? ਧਿਆਨ ਦੇਣਾ। ਕੀ ਅਸੀਂ ਕਦੀ ਉਸ ਨੂੰ ਕੁਝ ਪਹਿਨਣ ਨੂੰ ਦਿੱਤਾ? ਕੀ ਅਸੀਂ ਉਸ ਨੂੰ ਕਦੀ ਆਪਣੇ ਘਰ ਬੁਲਾਇਆ ਸਪੈਸ਼ਲ? ਬਾਣੀ ਦੀਆਂ ਪੰਕਤੀਆਂ ਬਹੁਤ ਪਿਆਰੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ। ਬਾਣੀ ਦੀ ਪੰਕਤੀ ਆਈ, ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਖਾਈ। ਜਦੋਂ ਕਿਸੇ ਵੀ ਦੁਨੀਆ ਦੀ ਵਸਤੂ ਨੂੰ ਉਹਦੀ ਜਿਹੜੀ ਬਣਦੀ ਇੱਜ਼ਤ ਨਾ ਦਿੱਤੀ ਜਾਵੇ, ਉਹ ਚੀਜ਼ ਅਸਰ ਨਹੀਂ ਕਰਦੀ। ਧਿਆਨ ਦੇਣਾ। ਤੁਹਾਨੂੰ ਕੋਈ ਚੀਜ਼ ਬਾਜ਼ਾਰ ਦੇ ਵਿੱਚੋਂ ਫ੍ਰੀ ਮਿਲਦੀ ਹੋਵੇ ਨਾ, ਉਹ ਘਰ ਲਿਆ ਕੇ ਰੱਖ ਦਿਓ, ਗਲ ਜਾਣੀ ਹੈ, ਉਹਦੀ ਨਹੀਂ ਕਦਰ ਕੁਦਰ ਹੋਣੀ। ਜੇ ਉਹੀ ਚੀਜ਼ ਜਿਹੜੀ ਸਾਨੂੰ ਮਹਿੰਗੀ 500-1000 ਰੁਪਏ ਕਿਲੋ ਮਿਲੀ ਹੋਵੇ, ਪਹਿਲਾਂ ਅਸੀਂ ਕਹਾਂਗੇ ਵੀ ਇਹਨੂੰ ਸਾਂਭੋ, ਇਹ ਇੱਕ ਪੀਸ ਨੂੰ ਵੀ ਸਾਂਭੋ, ਖਰਾਬ ਨਾ ਹੋਵੇ। ਤੇ ਜਿਹੜੀ ਚੀਜ਼ ਜਿਹੜੀ ਹੈ, ਉਹ ਚੀਜ਼ ਜਿਹੜੀ ਹੈ ਆਪਣੀ ਕਦਰ ਚਾਹੁੰਦੀ ਹੈ। ਧਿਆਨ ਦੇਣਾ। ਰੱਬ ਜਿਹੜਾ ਹੈ ਨਾ, ਦੇਖੋ ਰੱਬ ਜਿਹੜਾ ਨਾ ਆਪਣੀ ਕਦਰ ਚਾਹੁੰਦਾ ਹੈ। ਜੇ ਰੱਬ ਦੀ ਕੋਈ ਕਦਰ ਨਾ ਕਰੇ ਤੇ ਰੱਬ ਵੀ ਕਿਸੇ ਦੀ ਕਦਰ ਨਹੀਂ ਕਰਦਾ। ਰੱਬ ਵੀ ਕਹਿੰਦਾ ਵਡਿਆਈ ਕਰੋ, ਸਾਨੂੰ ਰੱਬ ਦੀ ਵਡਿਆਈ ਕਰਨੀ ਚਾਹੀਦੀ ਹੈ। ਜੇ ਰੱਬ ਦੀ ਵਡਿਆਈ ਨਾ ਕੀਤੀ ਜਾਏ, ਜੇ ਰੱਬ ਨੂੰ ਵਾਹ ਵਾਹ ਨਾ ਕਿਹਾ ਜਾਏ, ਵਾਹ ਵਾਹ ਬਾਣੀ ਨਿਰੰਕਾਰ ਹੈ, ਜੇ ਰੱਬ ਨੂੰ ਰੱਬ ਦੀ ਸਿਫਤ ਨਾ ਕੀਤੀ ਜਾਏ, ਰੱਬ ਵੀ ਸਾਡੇ ਤੋਂ ਦੂਰ ਹੋ ਜਾਂਦਾ ਹੈ। ਸੋ ਇਸ ਕਰਕੇ ਜੋ ਪੰਕਤੀ ਆਈ ਹੈ ਉਹਦੇ ਮੁਤਾਬਕ ਜਿਹੜਾ ਰੱਬ ਦੀ ਗੱਲ ਸੁਣਾਉਂਦਾ ਹੈ ਨਾ, ਉਹਨੂੰ ਵੀ ਮਹਾਰਾਜ ਜੀ ਕਹਿੰਦੇ ਸਤਿਕਾਰ ਦੇਣਾ ਚਾਹੀਦਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਇੰਨਾ ਸਤਿਕਾਰ ਦੇਣਾ ਚਾਹੀਦਾ ਵੀ ਉਹ ਕਹੇ ਵੀ ਵਾਹ ਕਿਆ ਬਾਤ ਹੈ। ਜਿਸ ਗੁਰੂ ਦੇ ਕੋਲੋਂ ਕੁਝ ਸਿੱਖਿਆ ਹੋਵੇ, ਜਿਸ ਉਸਤਾਦ ਦੇ ਕੋਲੋਂ ਕੁਝ ਸਿੱਖਿਆ ਹੋਵੇ, ਮਹਾਰਾਜ ਜੀ ਕਹਿੰਦੇ ਉਹਨੂੰ ਬਹੁਤ ਜ਼ਿਆਦਾ ਸਤਿਕਾਰ ਦੇਣਾ ਚਾਹੀਦਾ ਹੈ। ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗਾ ਪਾਏ ਜੀਓ। ਮਹਾਰਾਜ ਜੀ ਕਹਿੰਦੇ ਵੀ ਜਿਹੜਾ ਰੱਬ ਦੀ ਗੱਲ ਸੁਣਾਉਂਦਾ ਹੈ, ਇਹ ਗੁਰੂ ਰਾਮਦਾਸ ਦਾ ਹੁਕਮ, ਜਿਹੜਾ ਰੱਬ ਦੀ ਗੱਲ ਸੁਣਾਉਂਦਾ ਉਹਨੂੰ ਕੀ ਦੇਣਾ ਚਾਹੀਦਾ ਹੈ? ਹਉ ਮਨ ਅਰਪੀ ਸਭ ਧਨ ਅਰਪੀ, ਅਰਪੀ ਸਭ ਦੇਸਾ, ਹਉ ਸਿਰ ਅਰਪੀ ਤਿਸ ਮੀਤ ਪਿਆਰੇ, ਜੋ ਪ੍ਰਭ ਦੇ ਸੰਦੇਸ਼ਾ। ਗੁਰੂਆਂ ਨੇ, ਭਗਤਾਂ ਨੇ, ਮਹਾਂਪੁਰਖਾਂ ਨੇ ਜਿਨ੍ਹਾਂ ਨੂੰ ਗਿਆਨ ਦਿੱਤਾ, ਉਹਨਾਂ ਨੇ ਗਿਆਨ ਦੇ ਬਦਲੇ ਗੁਰੂ ਦਕਸ਼ਨਾ ਜ਼ਰੂਰ ਲਈ ਹੈ, ਕਿਉਂਕਿ ਕਦੀ ਵੀ ਚੀਜ਼ ਮੁਫਤ ਨਹੀਂ ਲੈਣੀ ਚਾਹੀਦੀ। ਧਿਆਨ ਦੇਣਾ, ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਾ, ਮੁਫਤ ਕਦੀ ਵੀ ਚੀਜ਼ ਨਹੀਂ ਲੈਣੀ ਚਾਹੀਦੀ, ਚਾਹੇ ਉਹਦਾ ਮਾੜਾ ਮੋਟਾ ਜਿਹੜਾ ਉਹ ਚੀਜ਼ ਅਦਾ ਕਰ ਦੇਣੀ ਚਾਹੀਦੀ ਹੈ, ਨਹੀਂ ਤਾਂ ਬੜਾ ਮੁਸ਼ਕਿਲ ਹੈ, ਭਾਰ ਚੜ੍ਹਦਾ। ਅਸੀਂ ਲੰਗਰ ਛਕਦੇ ਹਾਂ ਨਾ, ਮੈਂ ਵੀ ਛਕਦਾ, ਤੁਸੀਂ ਵੀ ਛਕਦਾ, ਜੇ ਮੈਂ ਅਦਾ ਨਾ ਕਰਾਂਗਾ ਉਹਦਾ ਮੁੱਲ, ਮੈਂ ਸੇਵਾ ਨਾ ਕਰਾਂਗਾ, ਉਹ ਵੀ ਮੈਨੂੰ ਖਰਾਬ ਕਰੇਗੀ, ਮੈਨੂੰ ਵੀ ਉਹ ਚੀਜ਼ ਖਰਾਬ ਕਰੇਗੀ। ਚਾਹੇ ਗਿਆਨ ਹੈ, ਚਾਹੇ ਗੁਰੂ ਘਰ ਦਾ ਧਾਨ ਹੈ, ਚਾਹੇ ਗੁਰੂ ਦੀ ਬਖਸ਼ਿਸ਼ ਹੈ, ਇਹਦੇ ਬਦਲੇ ਕੁਝ ਸਾਨੂੰ ਭੇਟਾ ਕਰਨਾ ਚਾਹੀਦਾ। ਬਾਣੀ ਵਿੱਚ ਲਿਖਿਆ, ਪੰਕਤੀ ਸੁਣੋ, ਕੰਚਨ ਸੋ ਪਾਈਏ ਨਹੀਂ ਤੋਲ। ਰੱਬ ਦੀ ਸਿਫਤ ਸਲਾਹ ਦੀ ਜੇ ਕੀਮਤ ਕਹੀਏ ਤੇ ਸੋਨੇ ਦੇ ਬਰਾਬਰ ਤੋਲ ਕੇ ਵੀ ਪੂਰੀ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ ਇਹਦੇ ਬਦਲੇ ਮਨ ਦੇ ਰਾਮ ਲਿਆ ਹੈ ਮੋਲ। ਜਿਨ੍ਹਾਂ ਨੇ ਵੀ ਰੱਬ ਨੂੰ ਪ੍ਰਾਪਤ ਕੀਤਾ, ਉਹਨਾਂ ਨੇ ਕੁਝ ਨਾ ਕੁਝ ਦਿੱਤਾ ਹੈ। ਸਾਡਾ ਗੁਰੂ ਜਿਹੜਾ ਹੈ, ਉਹ ਸਾਡੇ ਕੋਲੋਂ ਸਾਡੇ ਮਨ ਨੂੰ ਮੰਗਦਾ, ਸਾਡੀ ਮਤ ਨੂੰ ਮਤਲਬ ਮੰਗਦਾ ਵੀ ਆਪਣੀ ਮਤ ਦਿਓ, ਆਪਣਾ ਮਨ ਦਿਓ, ਤੇ ਇਹਦੇ ਬਦਲੇ ਤੁਹਾਨੂੰ ਵੱਡਾ ਗਿਆਨ, ਤੁਹਾਨੂੰ ਸੁਰਤ,
ਤੁਹਾਨੂੰ ਬਿਰਤੀ ਸੁਰਤੀ ਬਿਰਤੀ ਤੁਹਾਨੂੰ ਮੈਂ ਗਿਆਨ ਦੇਵਾਂਗਾ, ਗਿਆਨ ਦੇਵਾਂਗਾ। ਇਸ ਕਰਕੇ ਬੇਨਤੀ ਚੱਲ ਰਹੀ ਹੈ ਵੀ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਖਾਈ। ਦੁਨੀਆ ਦੀ ਹਰ ਚੀਜ਼ ਦੀ ਜਿਹੜੀ ਹੈ ਪ੍ਰਸ਼ੰਸਾ ਕਰਨੀ ਬਣਦੀ ਹੈ। ਮਹਾਰਾਜ ਜੀ ਨੇ ਕੁਦਰਤ ਨੂੰ ਕੀ ਕਿਹਾ? ਬਲਿਹਾਰੀ ਕੁਦਰਤ ਵਸਿਆ। ਮੈਂ ਕੁਦਰਤ ਤੋਂ ਬਲਿਹਾਰ ਜਾਣਾ, ਇੰਨੀ ਸੋਹਣੀ ਕੁਦਰਤ। ਆ ਦੇਖੋ ਦਰਖਤ ਸਾਨੂੰ ਹਵਾ ਦਿੰਦੇ ਨੇ, ਉਹਦੀ ਸਿਫਤ ਨਹੀਂ ਕਰਨੀ ਚਾਹੀਦੀ? ਆਕਸੀਜਨ ਦਿੰਦੇ ਨੇ, ਕੁਝ ਘੰਟੇ ਦੀ ਆਕਸੀਜਨ ਹੌਸਪੀਟਲ 'ਚੋਂ ਜਿਹੜਾ ਲੈਂਦਾ, ਦੇਖੋ ਕਿੰਨੇ ਪੈਸੇ ਉਹ ਬਣਾਉਂਦੇ ਨੇ। ਪਿੱਛੇ ਕਰੋਨਾ ਵਿੱਚ ਆਕਸੀਜਨ ਵਾਲੇ ਸਿਲੰਡਰ ਖਤਮ ਹੋ ਗਏ ਸੀ ਨਾ, ਕਿੰਨੇ ਕਿੰਨੇ ਮਹਿੰਗੇ ਲੋਕਾਂ ਨੇ ਘਰਾਂ ਵਿੱਚ ਲਿਆ ਕੇ ਰੱਖ ਲਏ ਵੱਡੇ ਸ਼ਹਿਰਾਂ 'ਚ। ਆਕਸੀਜਨ, ਜਿਹੜੀ ਆਕਸੀਜਨ ਸਾਨੂੰ ਹਵਾ ਦਿੰਦੀ ਹੈ ਫਰੈਸ਼, ਅਸੀਂ ਹਵਾ ਨੂੰ ਕਦੀ ਕਿਹਾ ਵੀ ਤੇਰਾ ਧੰਨਵਾਦ, ਤੂੰ ਸਾਨੂੰ ਜੀਵਨ ਦੇ ਰਹੀ ਹੈ? ਇਹ ਬਹੁਤ ਮਹਿੰਗੀ ਆਕਸੀਜਨ ਹੈ। ਜਿੰਨਾ ਸਾਡਾ ਰੁਪਈਆ ਨਾ ਸਾਡੇ ਕੋਲ, ਅਤੇ ਜਿੰਨੀ ਆਕਸੀਜਨ ਸਾਨੂੰ ਮਿਲਦੀ ਹੈ, ਜੇ ਉਹਦਾ ਮੁੱਲ ਅਦਾ ਕਰਨਾ ਹੋਵੇ ਤਾਂ ਮਿੰਟਾਂ ਦੇ ਵਿੱਚ ਖਤਮ ਹੋ ਜਾਏ। ਆਕਸੀਜਨ ਦਾ ਹੀ, ਕੇਵਲ ਆਕਸੀਜਨ ਦਾ। ਇਸ ਕਰਕੇ ਸੂਰਜ ਸਾਨੂੰ ਰੌਸ਼ਨੀ ਦਿੰਦਾ, ਧਰਤੀ ਸਾਨੂੰ ਮਤਲਬ ਅੰਨ ਦਿੰਦੀ ਹੈ, ਜੀਵਨ ਦਿੰਦੀ ਹੈ। ਧਰਤੀ ਹੇਠ ਵਸੰਦਾ ਪਾਣੀ, ਪਾਣੀ ਸਾਨੂੰ ਜੀਵਨ ਦਿੰਦਾ। ਅਤੇ ਇਸ ਕਰਕੇ ਬਾਣੀ ਦੇ ਵਿੱਚ ਤਾਂ ਪਹਿਲਾਂ ਲਿਖ ਦਿੱਤਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ। ਇਹਨਾਂ ਸਾਰਿਆਂ ਦੀ ਪ੍ਰਸ਼ੰਸਾ ਵਡਿਆਈ ਕਰਨੀ ਬਣਦੀ ਹੈ। ਜਿਹੜਾ ਚੰਗਾ ਬੰਦਾ ਉਹਦੀ ਵੀ ਵਡਿਆਈ ਕਰਨੀ ਬਣਦੀ ਹੈ। ਧਿਆਨ ਦੇਣਾ, ਜਿਹੜਾ ਮਾੜਾ ਬੰਦਾ ਉਹਦੀ ਬੁਰਾਈ ਨਹੀਂ ਕਰਨੀ, ਇਹ ਲਿਖਿਆ ਬਾਣੀ ਵਿੱਚ ਲਿਖਿਆ। ਜਿਹੜਾ ਕੋਈ ਮਾੜਾ ਹੈ ਉਹਦੀ ਬੁਰਾਈ ਕਰਨੀ ਨਹੀਂ ਬਣਦੀ, ਜਿਹੜਾ ਚੰਗਾ ਬੰਦਾ ਉਹਦੀ ਵਡਿਆਈ ਕਰਨੀ ਬਣਦੀ ਹੈ। ਕੁਦਰਤ ਦੇ ਵਿੱਚ ਜੇ ਵਡਿਆਈ ਨਾ ਕਰਦੇ ਤੇ ਕਵੀ ਲੋਕ ਕਿਤਾਬਾਂ ਨਾ ਲਿਖ ਪਾਉਂਦੇ, ਨਹੀਂ ਲਿਖ ਪਾਉਂਦੇ। ਉਹਨਾਂ ਨੇ ਝਰਨਿਆਂ ਨੂੰ ਦੇਖ ਕੇ, ਉਹਨਾਂ ਨੇ ਸਮੁੰਦਰਾਂ ਸਾਗਰਾਂ ਨੂੰ ਦੇਖ ਕੇ, ਉਹਨਾਂ ਨੇ ਮਤਲਬ ਖਿੜਦੇ ਹੋਏ ਫੁੱਲਾਂ ਨੂੰ ਦੇਖ ਕੇ, ਮੁਰਝਾਏ ਹੋਏ ਫੁੱਲਾਂ ਨੂੰ ਦੇਖ ਕੇ, ਭੱਠੀ ਦੇ ਵਿੱਚ ਭੁੰਨਦੇ ਹੋਏ ਦਾਣਿਆਂ ਨੂੰ ਦੇਖ ਕੇ, ਸ਼ਿਵ ਕੁਮਾਰ ਬਟਾਲਵੀ ਪੜ੍ਹ ਕੇ ਦੇਖਣਾ, ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਦੇਖ ਦੇਖ ਕੇ ਨਾਲ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਮਤਲਬ ਪ੍ਰਸ਼ੰਸਾ, ਵਡਿਆਈ ਇਹ ਬਣਦੀ ਹੈ। ਸੋ ਇਸ ਕਰਕੇ ਜੇ ਕੋਈ ਸਾਨੂੰ ਪ੍ਰੈਕਟੀਕਲ ਜੀਵਨ ਦੇਵੇ, ਸਾਨੂੰ ਕੋਈ ਇੰਨਾ ਮਹਿੰਗਾ ਗਿਆਨ ਦੇਵੇ, ਉਹਦੇ ਬਦਲੇ ਸਾਨੂੰ ਕੀ ਕਰਨਾ ਚਾਹੀਦਾ? ਉਹਦੇ ਬਦਲੇ ਸਾਨੂੰ ਦੁਨਿਆਵੀ ਚੀਜ਼ਾਂ ਨੂੰ ਤੇ ਛੱਡੀਏ, ਉਹਨੂੰ ਸਤਿਕਾਰ ਅਤੇ ਇੱਜ਼ਤ ਦੇ ਦੇਣੀ ਚਾਹੀਦੀ ਹੈ। ਉਹਨੂੰ ਸਤਿਕਾਰ ਅਤੇ ਇੱਜ਼ਤ ਦੇਣੀ ਚਾਹੀਦੀ ਹੈ। ਹੋਰ ਕੀ ਲੈਣਾ? ਹੋਰ ਕਿਸੇ ਕੋਲ ਸੋਨਾ ਚਾਂਦੀ ਲੈਣਾ? ਹੋਰ ਕਿਸੇ ਦੇ ਕੋਲੋਂ ਕੋਈ ਬਹੁਤ ਮਹਿੰਗੀ ਚੀਜ਼ ਲੈਣੀ ਹੈ? ਇੱਜ਼ਤ ਮਾਣ ਅਤੇ ਸਤਿਕਾਰ ਜਿਹੜਾ ਉਹ ਹੀ ਦੇ ਦੇਣਾ ਚਾਹੀਦਾ। ਉਸ ਇਨਸਾਨ ਨੂੰ ਪਿਆਰ ਦੇ ਨਾਲ ਬੁਲਾ ਲੈਣਾ ਚਾਹੀਦਾ, ਉਸ ਨੂੰ ਇੱਜ਼ਤ ਦੇ ਨਾਲ ਬਿਠਾ ਲੈਣਾ ਚਾਹੀਦਾ, ਅਤੇ ਉਸ ਨੂੰ ਆਏ ਨੂੰ ਜੀ ਆਇਆਂ ਆਖ ਦੇਣਾ ਚਾਹੀਦਾ। ਇਹੀ ਸਭ ਕੁਛ ਹੈ। ਪਰ ਬਹੁਤ ਗਿਣਤੀ ਦੇ ਵਿੱਚ ਦੁਨੀਆ ਦੇ ਵਿੱਚ ਬੇਕਦਰੇ ਬਹੁਤ ਨੇ, ਕਦਰਦਾਨ ਵਿਰਲੇ ਵਿਰਲੇ। ਬਾਣੀ ਵਿੱਚ ਲਿਖਿਆ ਹੈਨ ਵਿਰਲੇ, ਮਹਾਰਾਜ ਜੀ ਕਹਿੰਦੇ ਹੈਨ ਵਿਰਲੇ। ਕਦਰਦਾਨ ਕਿਹੜੇ ਨੇ? ਕੋਈ ਵਿਰਲਾ ਵਿਰਲਾ। ਕੋਈ ਸੇਵਾ ਕਰਦਾ, ਕੋਈ ਸਿਮਰਨ ਕਰਦਾ, ਉਹਦੀ ਵਡਿਆਈ ਕਰਨ ਦੀ ਬਜਾਏ ਉਹਦੀ ਜਿਹੜੀ ਹੈ ਬਦਖੋਹੀ ਕਰਨ ਵਿੱਚ ਜ਼ਿਆਦਾ ਮਜ਼ਾ ਦੁਨੀਆ ਨੂੰ ਆਉਂਦਾ ਹੈ। ਸ਼ਬਦ ਚੱਲ ਰਿਹਾ ਨਾ ਵੀ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਖਾਈ। ਜੋ ਨਾਮ ਸੁਣਾਵੇ ਸੋ ਮੇਰਾ ਮਿੱਤਰ ਹੈ, ਮੇਰਾ ਭਾਈ ਹੈ, ਜਿਹੜਾ ਸੱਤ ਦੇ ਰਾਹ 'ਤੇ ਤੋਰੇ, ਜਿਹੜਾ ਸਾਨੂੰ ਗਾਈਡ ਕਰੇ, ਜਿਹੜਾ ਕੋਈ ਜ਼ਿੰਮੇਵਾਰੀ ਨਿਭਾਵੇ, ਜਿਹੜਾ ਕੋਈ ਇਮਾਨਦਾਰੀ ਦੇ ਨਾਲ ਕੋਈ ਕਾਰਜ ਕਰੇ, ਉਸ ਨੂੰ ਇੱਜ਼ਤ ਮਾਣ ਅਤੇ ਸਤਿਕਾਰ ਦੇਣਾ ਸਾਡਾ ਪਹਿਲਾ ਫਰਜ਼ ਹੈ। ਉਸ ਨੂੰ ਇਗਨੋਰ ਕਰਨਾ ਆਪਣੇ ਆਪ ਨੂੰ ਸਜ਼ਾ ਦੇਣਾ ਹੈ। ਇਗਨੋਰ ਕਰਨ ਦਾ ਮਤਲਬ ਹੁੰਦਾ ਬੇਇੱਜ਼ਤੀ, ਇਨਸਲਟ। ਕਿਸੇ ਦੇ ਘਰ ਕੋਈ ਗਿਆ, ਉਹਨੂੰ ਪੁੱਛਿਆ ਹੀ ਨਾ, ਉਹਨੂੰ ਦੇਖਿਆ ਹੀ ਨਾ, ਉਹਨੂੰ ਆਏ ਨੂੰ ਕੁਛ ਵੀ ਨਾ ਕਰੇ, ਅਤੇ ਉਹ ਇਗਨੋਰ ਕਰਨਾ ਹੁੰਦਾ, ਉਹਦੀ ਹੁੰਦੀ ਹੈ ਇਨਸਲਟ। ਆਏ ਗਏ ਨੂੰ ਪੁੱਛਣਾ, ਇੱਜ਼ਤ ਮਾਣ ਦੇਣਾ, ਉਹਦੇ ਪਰਿਵਾਰ ਬਾਰੇ ਪੁੱਛਣਾ, ਉਹਦੇ ਬੱਚਿਆਂ ਬਾਰੇ ਪੁੱਛਣਾ, ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਗੁਰੂ ਤੋਂ ਸਿੱਖਿਆ ਮਿਲਦੀ ਹੈ। ਗੁਰੂ ਤੋਂ ਹੀ ਸਭ ਕੁਝ ਇਹ ਚੀਜ਼ ਸਿੱਖਣ ਨੂੰ ਮਿਲਦੀ ਹੈ, ਦੁਨੀਆ ਦੇ ਵਿੱਚ ਕਿਵੇਂ ਅਸੀਂ ਚੱਲਣਾ। ਤਾਂ ਇਹ ਚੀਜ਼ ਜਿਹੜੀ ਹੈ
बहुत ਜ਼ਰੂਰੀ है। गुरु रामदास महाराज जी सानू दसदे पे ने, जो नाम सुनावे सो मेरा मीत सखाई, नामहीन गए मूड़ नंगा। परमात्मा तो वांझे मनुख जिहड़े ने ਉਹ ਸੰਸਾਰ ਦੇ ਵਿੱਚੋਂ ਖਾਲੀ ਹੱਥ ਚਲੇ ਜਾਂਦੇ ਹਨ। ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹਿਸੀ ਰਾਜਾ ਰਾਣਾ। ਨਾਮਹੀਨ ਗਏ ਮੂੜ ਨੰਗਾ। ਮੂੜ ਦਾ ਮਤਲਬ ਮੂਰਖ ਮਨੁੱਖ ਸੰਸਾਰ ਤੋਂ ਨੰਗੇ ਚਲੇ ਜਾਂਦੇ ਹਨ। ਨੰਗੇ ਦਾ ਮਤਲਬ ਵੀ ਉਹਨਾਂ ਦੇ ਕੋਲ ਨਾਮ ਧਨ ਚੰਗਿਆਈ ਗੁਣ ਨਹੀਂ ਹੁੰਦੇ, ਇਸ ਕਰਕੇ ਉਹ ਸਖਣੇ ਜਾਂਦੇ ਹਨ। ਪਚ ਪਚ ਮੋਏ ਬਿਖ ਦੇਖ ਪਤੰਗਾ। ਉਹ ਪਤੰਗੇ ਦੀ ਤਰ੍ਹਾਂ ਸੜ ਸੜ ਕੇ ਮਰ ਮਰ ਕੇ ਜਾਂਦੇ ਹਨ। ਜਿਵੇਂ ਪਤੰਗਾ ਜਲ ਰਹੀ ਅਗਨੀ ਦੇ ਲਾਗੇ ਉਹ ਘੁੰਮਦਾ ਫਿਰਦਾ ਤੇ ਉਹ ਉਸ ਅੱਗ ਦੇ ਵਿੱਚ ਸੜ ਕੇ ਜਲ ਜਾਂਦਾ, ਮਰ ਜਾਂਦਾ ਹੈ। ਪਚ ਪਚ ਮੋਏ ਬਿਖ ਦੇਖ ਪਤੰਗਾ। ਤੋ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਜਿਹੜੇ ਸਖਣੇ ਨੇ, ਨਾਮ ਤੋਂ ਹੀਣੇ ਨੇ, ਗੁਰੂ ਮਹਾਰਾਜ ਜੀ ਕਹਿੰਦੇ ਉਹ ਖੁਆਰ ਹੋ ਕੇ ਜਿਉਂਦੇ ਜੀ ਆਤਮਕ ਮੌਤ ਮਰ ਕੇ ਪਤੰਗੇ ਵਾਂਗੂ ਸੜ ਕੇ ਇਸ ਸੰਸਾਰ ਦੇ ਵਿੱਚੋਂ ਜਾਂਦੇ ਹਨ। ਆਪੇ ਥਾਪ ਆਪੇ ਥਾਪੇ ਥਾਪਿਓ ਥਾਪੇ। ਪਰਮਾਤਮਾ ਜਗ ਦੀ ਰਚਨਾ ਆਪ ਹੀ ਕਰਦਾ, ਆਪ ਹੀ ਨਾਸ਼ ਕਰਦਾ। ਨਾਨਕ ਨਾਮ ਦੇਵੇ ਹਰ ਆਪੇ। ਆਪ ਹੀ ਕਿਰਪਾ ਕਰਕੇ ਆਪਣਾ ਮਹਿੰਗਾ ਨਾਮ, ਆਪਣਾ ਗਿਆਨ ਰੂਪੀ ਨਾਮ ਔਰ ਵਿਵੇਕ, ਇਹ ਮਾਲਕ ਆਪ ਹੀ ਮਿਹਰ ਕਰਕੇ ਸਾਨੂੰ ਦਿੰਦਾ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣ। ਸੋ ਇਸ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਮਹਾਰਾਜ ਜੀ ਨੇ ਮਿਹਰ ਕਿਰਪਾ ਦਇਆ ਕਰਕੇ ਸੇਵਾ ਲਈ ਹੈ। ਸੋ ਗੁਰੂ ਸਾਹਿਬ ਦੀ ਇਸ ਸ਼ਬਦ ਦਾ ਭਾਵ ਅਰਥ ਸਾਡੇ ਸਭ ਦੇ ਹਿਰਦਿਆਂ ਵਿੱਚ ਵਸੇ, ਗੁਰਮਤਿ ਦੇ ਧਾਰਨੀ ਬਣੀਏ, ਆਪਣੇ ਜੀਵਨ ਨੂੰ ਸੋਹਣਾ ਤੇ ਚੰਗਾ ਬਣਾਈਏ। ਮਹਾਰਾਜ ਜੀ ਸਰਬੱਤ ਦਾ ਭਲਾ ਕਰੋ, ਸਭ ਨੂੰ ਖੁਸ਼ੀਆਂ, ਸਭ ਨੂੰ ਤੰਦਰੁਸਤੀਆਂ ਬਖਸ਼ੋ, ਅੰਮ੍ਰਿਤ ਵੇਲੇ ਦੀ ਦਾਤ, ਆਪਣੀ ਸੇਵਾ ਸੰਭਾਲ ਬਖਸ਼ੋ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।